ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਦਾਸ ਬਲਜੀਤ ਸਿੰਘ ਦਾਦੂਵਾਲ ਵੱਲੋਂ ਸਤਿਕਾਰ ਸਹਿਤ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਕੌਮ ਵਾਸਤੇ ਸੰਘਰਸ਼ ਕਰਨ ਵਾਲੇ ਜੋ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਨਜ਼ਰਬੰਦ ਨੇ, ਸਾਡੇ ਬੰਦੀ ਸਿੰਘ ਜਿਹੜੇ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਆ ਔਰ ਉਸ ਦੇ ਬਾਵਜੂਦ ਵੀ ਅੱਜ ਤੱਕ ਜੇਲ੍ਹਾਂ ਦੀਆਂ ਕਾਲ ਕੋਠੜੀਆਂ 'ਚ ਨਜ਼ਰਬੰਦ ਨੇ, ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ। ਉਹਨਾਂ ਦੇ ਵਾਸਤੇ ਪਿਛਲੇ ਲੰਬੇ ਸਮੇਂ ਤੋਂ ਸਿੱਖ ਕੌਮ ਵੱਲੋਂ ਸੰਘਰਸ਼ ਕੀਤਾ ਜਾ ਰਿਹਾ। ਕਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਮੋਰਚਾ, ਫਿਰ ਭਾਈ ਗੁਰਬਖਸ਼ ਸਿੰਘ ਵੱਲੋਂ, ਫਿਰ ਬਾਪੂ ਸੂਰਜ ਸਿੰਘ ਵੱਲੋਂ ਹਸਨਪੁਰ ਲੰਬੇ ਸਮੇਂ ਤੋਂ ਭੁੱਖ ਹੜਤਾਲ, ਫਿਰ ਬਰਗਾੜੀ ਦਾ ਇਨਸਾਫ ਮੋਰਚਾ 6.5 ਮਹੀਨੇ ਲਗਾਤਾਰ ਚੱਲਿਆ ਤੇ ਹੁਣ ਕੌਮੀ ਇਨਸਾਫ ਮੋਰਚਾ। ਇਸ ਸਮੇਂ ਦੇ ਦੌਰਾਨ ਬਹੁਤ ਸਾਰੇ ਸਿੰਘਾਂ ਦੀਆਂ ਭਾਵੇਂ ਪੈਰੋਲਾਂ ਸ਼ੁਰੂ ਹੋਈਆਂ, ਜੇਲ੍ਹ ਤਬਦੀਲੀਆਂ ਹੋਈਆਂ, ਰਿਹਾਈਆਂ ਵੀ ਹੋਈਆਂ, ਪਰ ਬਹੁਤ ਸਾਰੇ ਸਿੰਘ ਜਿਹੜੇ ਅਜੇ ਵੀ ਨਜ਼ਰਬੰਦ ਆ, ਜਿਨ੍ਹਾਂ ਦੀਆਂ ਰਿਹਾਈਆਂ ਬਣਦੀਆਂ ਨੇ ਪਰ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ। ਪਿਛਲੇ ਸਮੇਂ 2022 ਦੇ ਵਿੱਚ, ਮਈ 2022 ਦੇ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੇ ਉੱਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਪੰਥਕ ਜਥੇਬੰਦੀਆਂ ਦਾ ਇੱਕ ਇਕੱਠ ਸੱਦਿਆ ਗਿਆ ਸੀ, ਜਿਸ ਵਿੱਚ ਸਾਰਿਆਂ ਨੇ ਸ਼ਮੂਲੀਅਤ ਕੀਤੀ। ਬਹੁਤ ਸਾਰੀਆਂ ਜਥੇਬੰਦੀਆਂ ਨੇ ਔਰ ਦਾਸ ਨੇ ਵੀ ਉਹਦੇ ਵਿੱਚ ਸ਼ਮੂਲੀਅਤ ਕੀਤੀ। ਜੋ ਉੱਥੇ ਵਿਚਾਰ ਵਟਾਂਦਰਾ ਹੋਇਆ, ਆਪੋ ਆਪਣੇ ਸਭ ਨੇ ਸੁਝਾਅ ਦਿੱਤੇ, ਵਿਚਾਰ ਦਿੱਤੇ। ਉਸ ਤੋਂ ਬਾਅਦ ਇੱਕ 9 ਮੈਂਬਰੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ, ਜਿਸ ਦੇ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਅਨਾਉਂਸ ਕੀਤੀ। ਉਹ 9 ਮੈਂਬਰੀ ਕਮੇਟੀ ਜਿਹੜੀ ਬਕਾਇਦਾ ਅਖਬਾਰਾਂ ਦੇ ਵਿੱਚ ਛਪੀ ਕਿ ਬੰਦੀ ਸਿੰਘਾਂ ਦੀਆਂ ਰਿਹਾਈਆਂ ਦੇ ਵਾਸਤੇ ਇਹ ਜਿਹੜੀ ਕਮੇਟੀ ਹੈ ਇਹ ਕੰਮ ਕਰੇਗੀ। ਸਾਰੇ ਪੰਥ ਨੂੰ, ਕੌਮ ਨੂੰ ਨਾਲ ਲੈ ਕੇ, ਜਥੇਬੰਦੀਆਂ ਨੂੰ ਲੈ ਕੇ ਸੰਘਰਸ਼ ਕੀਤਾ ਜਾਏਗਾ ਤਾਂ ਕਿ ਸਾਡੇ ਬੰਦੀ ਸਿੰਘਾਂ ਦੀਆਂ ਰਿਹਾਈਆਂ ਹੋ ਸਕਣ। ਔਰ ਇਹ ਜਿਹੜੀ 9 ਮੈਂਬਰੀ ਕਮੇਟੀ ਜਿਹੜੀ ਸੀ SGPC ਦੇ ਵੱਲੋਂ ਬਣਾਈ ਗਈ ਸੀ, ਜਿਹਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੁਖਬੀਰ ਸਿੰਘ ਬਾਦਲ, ਸਿਮਰਨਜੀਤ ਸਿੰਘ ਮਾਨ, ਬਾਬਾ ਹਰਨਾਮ ਸਿੰਘ ਖਾਲਸਾ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪਰਮਜੀਤ ਸਿੰਘ ਸਰਨਾ ਸਾਬਕਾ ਪ੍ਰਧਾਨ, ਮਨਜੀਤ ਸਿੰਘ ਜੀਕੇ ਸਾਬਕਾ ਪ੍ਰਧਾਨ ਤੇ ਦਾਸ ਬਲਜੀਤ ਸਿੰਘ ਦਾਦੂਵਾਲ। ਇਹ 9 ਮੈਂਬਰੀ ਕਮੇਟੀ ਜਿਹੜੀ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਵੱਲੋਂ ਅਨਾਉਂਸ ਕੀਤੀ ਗਈ, ਜਿਹਦੀ ਬਕਾਇਦਾ ਅਖਬਾਰਾਂ ਦੇ ਵਿੱਚ ਜਿਹੜੀਆਂ ਸਾਰੀਆਂ ਨਿਊਜ਼ਾਂ ਛਪੀਆਂ, ਬਕਾਇਦਾ ਅਖਬਾਰਾਂ ਦੇ ਮੈਂ ਹਰ ਗੱਲ ਜਿਹੜੀ ਆ ਬਕਾਇਦਾ ਸਬੂਤ ਦੇ ਨਾਲ ਤੁਹਾਡੇ ਸਾਂਝੀ ਕਰੂੰਗਾ। ਇਹਦੇ ਵਿੱਚ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ ਤਸਵੀਰ ਨਹੀਂ ਹੈ, ਇੱਕ ਅਖਬਾਰ ਦੇ ਫਰੰਟ ਦੇ ਉੱਤੇ ਛਪੀ ਸੀ। ਇਹ 9 ਮੈਂਬਰੀ ਕਮੇਟੀ ਜਿਹੜੀ ਸੀ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ, ਅਖਬਾਰਾਂ 'ਚ ਆਇਆ। ਉਸ ਤੋਂ ਬਾਅਦ 2 ਮੈਂਬਰ ਜਿਹੜੇ ਸੀ ਹੋਰ ਇਹਦੇ ਵਿੱਚ ਸ਼ਾਮਲ ਸ਼੍ਰੋਮਣੀ ਕਮੇਟੀ ਨੇ ਕੀਤੇ, ਜੋ ਕਿ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਬੋਰਡ ਔਰ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਬਿਹਾਰ, ਉਸ ਬੋਰਡ ਦਾ ਵੀ ਇੱਕ ਨੁਮਾਇੰਦਾ ਜਿਹੜਾ ਸੀ ਇਹਦੇ ਵਿੱਚ ਸ਼ਾਮਲ ਕਰਕੇ 11 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਸੀ। ਔਰ 11 ਮੈਂਬਰੀ ਕਮੇਟੀ ਦੀ ਪਹਿਲੀ ਮੀਟਿੰਗ ਜਿਹੜੀ ਸੀ 19 ਮਈ 2022 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈ ਸੀ। ਉਸ ਮੀਟਿੰਗ ਦੇ ਵਿੱਚ ਬਕਾਇਦਾ 11 ਨੁਮਾਇੰਦੇ ਜਿਹੜੇ ਸੀਗੇ ਉਹ ਹਾਜ਼ਰ ਹੋਏ ਸੀਗੇ। ਸਰਦਾਰ ਮਾਨ ਸਾਹਿਬ ਦੀ ਜਗ੍ਹਾ ਤੇ ਸਰਦਾਰ ਜਸਕਰਨ ਸਿੰਘ ਹਾਜ਼ਰ ਹੋਏ ਸੀ, ਬਾਕੀ ਤਕਰੀਬਨ ਅਸੀਂ ਸਾਰੇ ਹਾਜ਼ਰ ਸਾਂ। ਉਸ ਮੀਟਿੰਗ ਦੇ ਵਿੱਚ ਮੈਂ ਇਤਰਾਜ਼ ਕੀਤਾ ਸੀ ਇੱਕ ਗੱਲ ਦਾ ਕਿ ਜਿਨ੍ਹਾਂ ਨੇ ਆਪਣੀ ਸਰਕਾਰ ਦੇ ਦੌਰਾਨ ਸਿੰਘਾਂ ਨੂੰ ਬੰਦੀ ਬਣਾਇਆ ਹੋਵੇ ਜਾਂ ਬੰਦੀ ਸਿੰਘਾਂ ਨੂੰ ਅੱਤਵਾਦੀ ਦੱਸਦੇ ਰਹੇ ਹੋਣ, ਉਹਨਾਂ ਦਾ ਇਸ ਕਮੇਟੀ ਦੇ ਵਿੱਚ ਹੋਣਾ ਜਿਹੜਾ ਉਹ ਸਹੀ ਨਹੀਂ ਆ ਕਿ ਉਸ ਵਿਅਕਤੀ ਨੂੰ ਇਸ ਕਮੇਟੀ ਚੋਂ ਬਾਹਰ ਕਰ ਦੇਣਾ ਚਾਹੀਦਾ, ਸਰਦਾਰ ਸੁਖਬੀਰ ਸਿੰਘ ਬਾਦਲ, ਕਿਉਂਕਿ ਉਹਨਾਂ ਨੇ 10 ਸਾਲ ਲਗਾਤਾਰ ਸਰਕਾਰ ਪੰਜਾਬ ਵਿੱਚ ਰਹੀ ਔਰ ਬਕਾਇਦਾ ਡਿਪਟੀ CM ਸਰਦਾਰ ਸੁਖਬੀਰ ਸਿੰਘ ਬਾਦਲ ਰਹੇ। ਤਾਂ ਇਹ ਇਤਰਾਜ਼ ਜਿਹੜਾ ਸੀ ਮੈਂ ਬਕਾਇਦਾ ਲਿਖਤੀ ਮੀਟਿੰਗ ਦੇ ਦੌਰਾਨ, ਚੱਲ ਰਹੀ ਮੀਟਿੰਗ ਦੇ ਵਿੱਚ ਜਦੋਂ ਮੇਰੀ ਵਾਰੀ ਆਈ, ਮੈਂ ਆਪਣੇ ਵਿਚਾਰ ਦਿੱਤੇ ਤਾਂ ਉਹਨਾਂ ਕਿਹਾ ਕਿ ਸਮਾਂ ਬੜਾ ਘੱਟ ਆ ਤੇ ਘੱਟ ਸਮੇਂ, ਮੈਂ ਕਿਹਾ ਫਿਰ ਮੇਰੇ ਆ ਲਿਖਤੀ ਵਿਚਾਰ ਹੈ ਇਹ ਲੈ ਲਓ,
ਇਹ ਲੈਟਰ ਮੈਂ ਸਾਰੇ ਜਿਹੜੇ ਦੂਸਰੇ 10 ਨੁਮਾਇੰਦੇ ਸੀ ਉਹਨਾਂ ਨੂੰ ਦਿੱਤੇ, ਔਰ ਸੁਖਬੀਰ ਸਿੰਘ ਬਾਦਲ ਨੂੰ ਵੀ ਇਹ ਲੈਟਰ ਜਿਹੜਾ ਸੀਗਾ ਮੈਂ ਦਿੱਤਾ ਸੀ, ਜਿਹੜਾ ਸਰਦਾਰ ਧਾਮੀ ਸਾਹਿਬ ਦੇ ਨਾਂ ਤੇ ਲਿਖਿਆ ਸੀ, ਔਰ ਜਿਹਦੇ 'ਚ ਮੈਂ ਇਤਰਾਜ਼ ਕੀਤਾ ਸੀ ਕਿ ਜਿਨ੍ਹਾਂ ਨੇ ਬੰਦੀ ਬਣਾਏ ਹੋਣ ਆਪਣੀ ਸਰਕਾਰ ਦੇ ਦੌਰਾਨ, ਉਹ ਬੰਦੀ ਸਿੰਘ ਰਿਹਾਈ ਕਮੇਟੀ ਦੇ ਵਿੱਚ ਕਿਵੇਂ ਹੋ ਸਕਦੇ, ਕਿ ਉਹਨਾਂ ਨੂੰ ਬਾਹਰ ਕੀਤਾ ਜਾਵੇ। ਸਾਡਾ ਇਤਰਾਜ਼ ਆ। ਇਹ ਇਤਰਾਜ਼ ਜਿਹੜਾ ਸੀਗਾ ਮੈਂ ਜਾਰੀ ਕੀਤਾ ਸੀਗਾ, ਜ਼ਾਹਰ ਕੀਤਾ ਸੀ, ਬਕਾਇਦਾ ਲੈਟਰ ਜਾਰੀ ਕੀਤਾ, ਪਰ ਉਸ ਵੇਲੇ ਕਿਸੇ ਨੇ ਲੈਟਰ ਪੜ੍ਹਿਆ ਨਹੀਂ, ਕਿਉਂਕਿ ਮੀਟਿੰਗ ਚੱਲ ਰਹੀ ਸੀ, ਸਾਰਿਆਂ ਨੇ ਰੱਖ ਲਿਆ। ਮੀਟਿੰਗ ਖਤਮ ਹੋਣ ਤੋਂ ਬਾਅਦ ਸਾਰਿਆਂ ਨੇ ਲੈਟਰ ਪੜ੍ਹਿਆ। ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਚਲੇ ਗਏ। ਮੱਥਾ ਟੇਕ ਕੇ ਜਦੋਂ ਵਾਪਸ ਤੇਜਾ ਸਿੰਘ ਸਮੁੰਦਰੀ ਹਾਲ 'ਚ ਆਏ ਤੇ ਸਰਦਾਰ ਧਾਮੀ ਸਾਹਿਬ ਆਪਣੇ ਦਫ਼ਤਰ 'ਚ, ਉਹਨਾਂ ਨਾਲ ਮੁਲਾਕਾਤ ਹੋਈ ਤੇ ਸਰਦਾਰ ਧਾਮੀ ਸਾਹਿਬ, ਮੈਂ ਤੁਹਾਨੂੰ ਸੰਬੋਧਨ ਕਰਦਿਆਂ ਬੇਨਤੀ ਕਰਦਾ, ਤੁਸੀਂ ਬੜੇ ਸਿਆਣੇ ਪੜ੍ਹੇ ਲਿਖੇ ਵਿਧਾਇਕ, ਮੈਂ ਬਕਾਇਦਾ ਇਸ ਲੈਟਰ 'ਚ ਵੀ ਲਿਖਿਆ ਸੀ ਕਿ ਅਸੀਂ ਤੁਹਾਡੇ ਸੱਦੇ ਤੇ ਇੱਥੇ ਪਹੁੰਚੇ ਹਾਂ, ਅਕਾਲ ਤਖ਼ਤ ਸਾਹਿਬ ਦਾ ਹੁਕਮ ਹੈ, ਸ਼੍ਰੋਮਣੀ ਕਮੇਟੀ ਦਾ ਸੱਦਾ, ਅਸੀਂ ਇੱਥੇ ਪਹੁੰਚੇ। ਅਸੀਂ ਚਾਹੁੰਦੇ ਹਾਂ ਕਿ ਬੰਦੀ ਸਿੰਘ ਰਿਹਾ ਹੋਣ। ਕੌਮ ਦਾ ਪੰਥ ਦਾ ਕੋਈ ਵੀ ਮਸਲਾ ਹੋਵੇ, ਜਿੱਥੇ ਪੰਥ ਦੀ ਕੌਮ ਦੀ ਗੱਲ ਨਿਰਪੱਖਤਾ ਦੇ ਤੌਰ ਤੇ ਕੋਈ ਵੀ ਕਰਦਾ, ਤਾਂ ਉੱਥੇ ਅਸੀਂ ਨੰਗੇ ਪੈਰੀ ਹਾਜ਼ਰ ਹੋ ਕੇ ਆਪਣੀ ਹਾਜ਼ਰੀ ਲਗਾਉਂਦੇ ਹਾਂ, ਆਪਣਾ ਜਿਹੜਾ ਸਮਰਥਨ ਆ ਉੱਥੇ ਦਿੱਤਾ ਜਾਂਦਾ। ਇਹ ਸਾਡਾ ਫਰਜ਼ ਬਣਦਾ, ਕਿਸੇ ਤੇ ਅਹਿਸਾਨ ਨਹੀਂ ਹੈ। ਤਾਂ ਮੈਂ ਕਿਹਾ ਜੀ ਸਰਦਾਰ ਧਾਮੀ ਸਾਹਿਬ, ਅਸੀਂ ਤੁਹਾਡੇ ਸੱਦੇ ਤੇ ਇੱਥੇ ਪੁੱਜੇ ਔਰ ਤੁਸੀਂ ਕਿਹਾ ਕਿ ਦਾਦੂਵਾਲ ਸਾਹਿਬ 2 ਵਾਰ ਪ੍ਰਧਾਨ ਦਾ ਫੋਨ ਆ ਗਿਆ, ਸੁਖਬੀਰ ਸਿੰਘ ਬਾਦਲ ਦਾ ਨਾਂ ਲੈ ਕੇ ਤੁਸੀਂ ਕਿਹਾ ਕਿ 2 ਵਾਰ ਫੋਨ ਆ ਗਿਆ ਕਿ ਦਾਦੂਵਾਲ ਸਾਹਿਬ ਨਾਲ ਗੱਲ ਕਰੋ, ਉਹਨਾਂ ਨੇ ਕਿਉਂ ਇਦਾਂ ਲੈਟਰ ਜਾਰੀ ਕੀਤਾ ਵਾ, ਕਿਉਂਕਿ ਉਹਨਾਂ ਨੇ ਵੀ ਬਾਅਦ 'ਚ ਪੜ੍ਹਿਆ, ਮੀਟਿੰਗ ਦੇ ਦੌਰਾਨ ਨਹੀਂ ਉਹਨਾਂ ਨੇ ਪੜ੍ਹਿਆ। ਮੈਂ ਤਾਂ ਮੀਟਿੰਗ ਤੋਂ ਬਾਹਰ ਆ ਕੇ ਦੱਸ ਦਿੱਤਾ ਸੀ ਕਿ ਮੇਰਾ ਆ ਇਤਰਾਜ਼ ਆ, ਮੀਡੀਆ ਨੂੰ ਵੀ ਦੱਸ ਦਿੱਤਾ। ਔਰ ਤੁਸੀਂ ਕਿਹਾ ਸੀਗਾ ਕਿ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰਨਾ, ਤੇ ਮੈਂ ਕਿਹਾ ਸਾਡਾ ਇਤਰਾਜ਼ ਤੁਹਾਡੇ ਕੋਲ ਆ, ਕੱਢਣਾ ਨਾ ਕੱਢਣਾ ਬਾਹਰ ਉਹਨਾਂ ਨੂੰ ਤੁਹਾਡੀ ਮਰਜ਼ੀ ਆ, ਪਰ ਸਾਡਾ ਇਤਰਾਜ਼ ਜਿਹੜਾ ਇਹ ਨੋਟ ਕਰੋ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਸਰਕਾਰ 'ਚ ਸੀ ਤਾਂ ਉਦੋਂ ਇਹਨਾਂ ਬੰਦੀ ਸਿੰਘਾਂ ਨੂੰ ਅੱਤਵਾਦੀ ਦੱਸਦੇ ਸੀਗੇ, ਔਰ ਉਸ ਵੇਲੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਦੀ ਰਿਹਾਈ ਲਈ ਕੁਝ ਨਹੀਂ ਕੀਤਾ, ਸਗੋਂ ਜੇ ਇਨਸਾਫ ਮੰਗਿਆ ਤੇ ਬਾਪੂ ਸੂਰਜ ਸਿੰਘ ਨੂੰ ਖੁਦ ਆਪਣੀ ਸਰਕਾਰ 'ਚ ਉਹਨਾਂ ਨੇ ਬੰਦੀ ਬਣਾ ਦਿੱਤਾ, DMC ਹਸਪੀਟਲ ਦੇ ਵਿੱਚ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ। ਬਜ਼ੁਰਗ ਬਾਪੂ ਹੱਡੀਆਂ ਦੀ ਮੁੱਠ ਰਹਿ ਗਿਆ। ਇਹ ਇਤਰਾਜ਼ ਮੈਂ ਤੁਹਾਡੇ ਕੋਲ ਕੀਤਾ ਔਰ ਤੁਸੀਂ ਆਪਣੀ ਮਜਬੂਰੀ ਜ਼ਾਹਰ ਕੀਤੀ। ਮੈਂ ਕਿਹਾ ਚਲੋ ਇਹ ਤੁਹਾਡੀ ਮਜਬੂਰੀ ਹੋ ਸਕਦੀ ਆ, ਪਰ ਸਾਡਾ ਇਤਰਾਜ਼ ਜਿਹੜਾ ਉਹ ਵਾਜਬ ਹੈ, ਕੌਮ ਦਾ ਪੰਥ ਦਾ ਇਤਰਾਜ਼ ਆ, ਕੌਮ ਦੀਆਂ ਭਾਵਨਾਵਾਂ ਜਿਹੜੀਆਂ ਉਹ ਤੁਹਾਡੇ ਸਾਹਮਣੇ ਰੱਖੀਆਂ ਨੇ। ਚਲੋ ਜੀ, ਉਸ ਦਿਨ ਅਸੀਂ ਆ ਗਏ। ਉਸ ਤੋਂ ਬਾਅਦ ਤੁਸੀਂ ਉਸ ਕਮੇਟੀ ਦੀ ਕੋਈ ਮੀਟਿੰਗ ਨਹੀਂ ਬੁਲਾਈ, ਕੋਈ ਕਮੇਟੀ ਨੂੰ ਸੁਨੇਹਾ ਨਹੀਂ ਦਿੱਤਾ। 19 ਦੀ ਮੀਟਿੰਗ ਤੋਂ ਬਾਅਦ ਤੁਸੀਂ ਉਸ ਕਮੇਟੀ ਨੂੰ ਦੁਬਾਰਾ ਮੁੜ ਕੇ ਕੋਈ ਸੱਦਾ ਨਹੀਂ ਦਿੱਤਾ, ਇਕੱਠੇ ਨਹੀਂ ਕੀਤਾ, ਜਦੋਂ ਕਿ ਉਸ 19 ਦੀ ਮੀਟਿੰਗ ਵਾਸਤੇ ਤੁਸੀਂ ਬਕਾਇਦਾ ਖੁਦ ਵੀ ਫੋਨ ਕੀਤੇ, ਤੁਹਾਡੇ PA ਨੇ ਵੀ ਫੋਨ ਕੀਤੇ, ਬਕਾਇਦਾ ਅਖਬਾਰਾਂ ਨੂੰ ਵੀ ਦਿੱਤਾ। ਉਸ ਤੋਂ ਬਾਅਦ ਤੁਸੀਂ ਜੇ ਦਿੱਲੀ ਗਏ, ਦਿੱਲੀ ਜਾ ਕੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨਾਲ ਗੱਲ ਕਰਨੀ ਸੀ ਤਾਂ ਉੱਥੇ ਦਿੱਲੀ ਕਮੇਟੀ ਦੇ ਪ੍ਰਧਾਨ ਨੂੰ ਇਗਨੋਰ ਕਰਕੇ ਸਾਬਕਾ 2 ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇ ਤੇ ਸਰਦਾਰ ਪਰਮਜੀਤ ਸਿੰਘ ਸਰਨਾ ਨੂੰ ਤੁਸੀਂ ਨਾਲ ਲਗੇ, ਜਿਹੜੇ ਇਸ ਕਮੇਟੀ ਦੇ ਮੈਂਬਰ ਸਨ, ਪਰ ਤੁਸੀਂ ਮੌਜੂਦਾ ਪ੍ਰਧਾਨ ਨੂੰ ਕਿਉਂ ਇਗਨੋਰ ਕੀਤਾ? ਕਿਉਂਕਿ ਮੇਰੇ ਇਤਰਾਜ਼ ਕਰਨ ਤੋਂ ਬਾਅਦ ਸਰਦਾਰ ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਤਰਾਜ਼ ਕੀਤਾ ਸੀ ਕਿ ਉਸ ਕਮੇਟੀ 'ਚ ਸੁਖਬੀਰ ਸਿੰਘ ਬਾਦਲ ਨਹੀਂ ਹੋਣੇ ਚਾਹੀਦੇ, ਔਰ ਨਾਲ ਹੀ ਉਹਨਾਂ ਨੇ ਅਵਤਾਰ ਸਿੰਘ ਹਿੱਤ ਦੇ ਉੱਤੇ, ਜਿਹੜੇ ਸਾਬਕਾ ਪ੍ਰਧਾਨ ਸੀ ਦਿੱਲੀ ਕਮੇਟੀ ਦੇ ਤੇ ਉਸ ਟਾਈਮ ਸ਼ਾਇਦ ਪਟਨਾ ਸਾਹਿਬ ਕਮੇਟੀ ਦੇ ਵੀ ਬੋਰਡ ਦੇ ਸ਼ਾਇਦ ਪ੍ਰਧਾਨ ਸੀਗੇ, ਤਾਂ ਉਹਨਾਂ ਤੇ ਇਤਰਾਜ਼ ਕੀਤਾ ਸੀ ਉਹਨਾਂ ਨੇ ਕਿ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਵੀ ਇਹ ਨਹੀਂ ਹੋਣੇ ਚਾਹੀਦੇ ਇਸ ਕਮੇਟੀ ਦੇ ਮੈਂਬਰ। ਸੋ ਇਤਰਾਜ਼ ਅਸੀਂ ਕੀਤਾ, ਪਰ ਤੁਸੀਂ ਮੁੜ ਕੇ ਮੀਟਿੰਗ ਹੀ ਨਹੀਂ ਸੱਦੀ, ਕੋਈ ਗੱਲ ਨਹੀਂ ਕੀਤੀ ਕਿਸੇ ਨਾਲ, ਕੋਈ ਕਿਸੇ ਤਰ੍ਹਾਂ ਸਲਾਹ ਮਸ਼ਵਰਾ ਨਹੀਂ। ਹੁਣ 19 ਮਈ ਤੋਂ ਬਾਅਦ 2022 ਤੋਂ ਅੱਜ ਦਸੰਬਰ 2023 ਆ ਗਿਆ, ਤੁਸੀਂ ਕੋਈ ਯੋਗ ਸੋਗ ਨਹੀਂ। ਆ ਦਸਖਤ ਤੁਸੀਂ ਕਰਾਏ, ਦਸਖਤ ਅਸੀਂ ਵੀ ਕੀਤੇ ਬਕਾਇਦਾ, ਤੁਸੀਂ ਜਿਹੜੇ 26 ਲੱਖ ਦਸਖਤ ਕਹਿੰਦੇ ਉਹਦੇ 'ਚ ਮੇਰੇ ਦਸਖਤ ਵੀ ਆ। ਮੈਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਰਸ਼ਨ ਕਰਨ ਗਿਆ, ਉੱਥੇ ਸਟਾਲ ਲੱਗੀ ਸੀ, ਬੰਦੀ ਸਿੰਘਾਂ ਦੀ ਰਿਹਾਈ ਲਈ ਦਸਖਤ ਕਰਾਏ ਜਾ ਰਹੇ ਸ਼੍ਰੋਮਣੀ ਕਮੇਟੀ, ਤਾਂ ਮੈਂ ਬਤੌਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦਿਆਂ ਉਸ ਸਮੇਂ ਬਤੌਰ ਪ੍ਰਧਾਨ ਮੈਂ ਉਹਦੇ ਤੇ ਦਸਖਤ ਕੀਤੇ, ਦਸਖਤ ਕਰਕੇ ਆਇਆ ਕਿ ਹਾਂ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਪਰ ਸਰਦਾਰ ਧਾਮੀ ਸਾਹਿਬ, ਮੈਂ ਅੱਜ ਤੁਹਾਨੂੰ ਇਹ ਸਵਾਲ ਕਰਨਾ ਚਾਹੁੰਦਾ ਕਿ ਤੁਸੀਂ ਅੱਜ 1.5 ਸਾਲ ਬਾਅਦ ਜੇ ਉਹਦੀ ਮੀਟਿੰਗ ਕੀਤੀ ਆ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦੇ ਹੁਕਮ ਤੇ ਬਣਾਈ ਕਮੇਟੀ ਦੀ, ਤੇ ਤੁਸੀਂ
ਕੁਝ ਨੁਮਾਇੰਦਿਆਂ ਨੂੰ ਉਹਦੇ ਚੋਂ ਛੱਡ ਹੀ ਦਿੱਤਾ। ਔਰ ਜੇ ਪ੍ਰੈਸ ਨੇ ਪੁੱਛਿਆ ਤੇ ਤੁਸੀਂ ਕਿਹਾ ਕਿ ਉਹ ਨੁਮਾਇੰਦੇ ਆਪ ਇੱਧਰ ਉੱਧਰ ਹੋ ਗਏ। ਮੇਰੀ ਪ੍ਰੈਸ ਨਾਲ ਗੱਲਬਾਤ ਹੋਈ ਆ ਅੰਮ੍ਰਿਤਸਰ ਸਾਹਿਬ ਕਈ ਪੱਤਰਕਾਰਾਂ ਨਾਲ, ਕਿਉਂਕਿ ਮੈਂ ਜਦੋਂ ਤੁਹਾਡੀ ਉਹ ਵੀਡੀਓ ਦੇਖਦਾ ਜਿਹੜੀ ਤੁਸੀਂ ਜਾਰੀ ਕੀਤੀ SGPC ਵੱਲੋਂ, ਜਦੋਂ ਇਸ ਮੁੱਦੇ ਤੇ ਗੱਲ ਆਈ ਤਾਂ ਤੁਸੀਂ ਇਸ ਗੱਲ ਨੂੰ ਕੱਟ ਦਿੱਤਾ ਉਸ ਵੀਡੀਓ 'ਚ। ਮੈਂ 3-4 ਚੈਨਲਾਂ ਤੇ ਦੇਖੀ ਆ, ਕਿਉਂਕਿ ਤੁਹਾਡੀ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀ ਹੋਈ ਫੀਡ ਦੇ ਕਾਰਨ ਉੱਥੇ ਹਰੇਕ ਚੈਨਲ ਦੇ ਉੱਤੇ ਕੱਟ ਲੱਗਾ ਹੋਇਆ, ਉੱਥੋਂ ਤੁਸੀਂ ਕਟਿੰਗ ਕੀਤੀ ਹੋਈ ਆ। ਉਹ ਗੱਲ ਜਦੋਂ ਵੀ ਕੋਈ ਧਿਆਨ ਨਾਲ ਸੁਣੂਗਾ ਤਾਂ ਤੁਹਾਡੇ ਉਹ ਪਤਾ ਲੱਗਦਾ ਵੀ ਤੁਸੀਂ ਉਹਦੇ 'ਚ ਬੋਲ ਰਹੇ ਹੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਸ਼੍ਰੋਮਣੀ ਕਮੇਟੀ ਨੇ ਇੱਕ 11 ਮੈਂਬਰੀ ਕਮੇਟੀ ਬਣਾਈ ਸੀ, ਪਰ ਉਹ 11 ਮੈਂਬਰੀ ਤੋਂ ਬਾਅਦ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਉਹ ਕੱਟ ਕੇ ਫਿਰ ਸਿੱਧੇ 8 ਮੈਂਬਰੀ ਕਮੇਟੀ ਤੇ ਆ ਗਏ। ਸਰਦਾਰ ਧਾਮੀ ਸਾਹਿਬ, ਜਿਹੜੇ ਨੁਮਾਇੰਦੇ ਤੁਸੀਂ ਬਾਹਰ ਕੀਤੇ, ਸਰਦਾਰ ਸਿਮਰਨਜੀਤ ਸਿੰਘ ਮਾਨ, ਸਰਦਾਰ ਹਰਮੀਤ ਸਿੰਘ ਕਾਲਕਾ ਤੇ ਦਾਸ ਨੂੰ, ਤੁਸੀਂ ਤਿੰਨਾਂ ਨੂੰ ਪਾਸੇ ਕਰ ਦਿੱਤਾ ਉਹਦੇ ਵਿੱਚੋਂ ਆਪਣੀ ਮਰਜ਼ੀ ਦੇ ਨਾਲ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੇ ਕੋਲ ਕੀ ਅਧਿਕਾਰ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਬਣਾਈ ਕਮੇਟੀ ਚੋਂ ਤੁਸੀਂ ਮਨਮਰਜ਼ੀ ਦੇ ਨਾਲ ਹੀ ਕਿਸੇ ਨੁਮਾਇੰਦੇ ਨਾਲ ਕੋਈ ਸੰਪਰਕ ਨਹੀਂ ਕੀਤਾ। ਦੂਸਰੇ ਪਾਸੇ ਤੁਸੀਂ ਅਪੀਲ ਕਰ ਰਹੇ ਹੋ ਕਿ ਸਾਰੇ ਪੰਥ ਨੂੰ ਅਸੀਂ ਨਾਲ ਲੈ ਕੇ ਚੱਲਣਾ। ਸਰਦਾਰ ਮਾਨ ਨੂੰ ਅਪੀਲ ਕੀਤੀ ਹੈ ਕਿ ਬਤੌਰ ਪਾਰਟੀ ਉਹ ਵੀ ਇਹਦੇ 'ਚ ਸਮੂਲੀਅਤ ਕਰਨ ਮਾਰਚ ਦੇ ਵਿੱਚ। ਤੁਸੀਂ ਹੋਰ ਪਾਰਟੀਆਂ ਨੂੰ ਵੀ ਅਪੀਲ ਕੀਤੀ ਆ ਉਹਦੇ ਵਿੱਚ, ਪੱਤਰਕਾਰਾਂ ਨੇ ਵੀ ਸਵਾਲ ਕੀਤੇ ਆ ਤੁਹਾਨੂੰ, ਉਦੋਂ ਤੁਸੀਂ ਜਵਾਬ ਨਹੀਂ ਦੇ ਰਹੇ ਉਸ ਗੱਲ ਦੇ, ਉਹਨਾਂ ਦੇ ਸਵਾਲਾਂ ਨੂੰ ਟਾਲ ਰਹੇ ਹੋ। ਸਰਦਾਰ ਧਾਮੀ ਸਾਹਿਬ, ਇੱਕ ਪਾਸੇ ਏਕਤਾ ਦੀਆਂ ਗੱਲਾਂ ਤੇ ਇੱਕ ਪਾਸੇ ਤੁਸੀਂ ਆਪ ਹੀ ਏਕਤਾ ਭੰਗ ਕਰ ਰਹੇ ਹੋ ਇਸ ਗੱਲ ਤੇ। ਤੁਸੀਂ ਸਾਨੂੰ ਇਸ ਗੱਲ ਦਾ ਜਵਾਬ ਦਿਓ ਕਿ ਕਿਹੜਾ ਮੈਂਬਰ ਇੱਧਰ ਉੱਧਰ ਹੋਇਆ। ਜਿੱਥੋਂ ਤੱਕ ਮੈਨੂੰ ਪਤਾ ਕਿ ਸਰਦਾਰ ਮਾਨ ਸਾਹਿਬ ਨੇ ਵੀ ਨਹੀਂ ਤੁਹਾਨੂੰ ਕਿਹਾ ਹੋਣਾ ਕਿ ਤੁਸੀਂ ਕਮੇਟੀ 'ਚ ਅਸੀਂ ਨਹੀਂ ਆਉਣਾ, ਜਾਂ ਸਰਦਾਰ ਕਾਲਕਾ ਸਾਹਿਬ ਨੇ ਵੀ ਨਹੀਂ ਕਿਹਾ ਹੋਣਾ, ਨਾ ਹੀ ਮੈਂ ਕਿਹਾ, ਨਾ ਹੀ ਤੁਸੀਂ ਸੱਦਾ, ਮੈਨੂੰ ਲੱਗਦਾ ਜੇ ਮੈਨੂੰ ਸੱਦਾ ਨਹੀਂ ਦਿੱਤਾ ਤੁਸੀਂ ਉਹਨਾਂ ਨੂੰ ਵੀ ਸੱਦਾ ਨਹੀਂ ਦਿੱਤਾ ਹੋਣਾ ਇਸ ਮੀਟਿੰਗ ਦਾ। ਸਰਦਾਰ ਧਾਮੀ ਸਾਹਿਬ, ਇਹਨਾਂ ਗੱਲਾਂ ਕਰਕੇ ਹੀ ਸਾਡੇ ਬੰਦੀ ਸਿੰਘਾਂ ਦੀਆਂ ਰਿਹਾਈਆਂ ਅੱਜ ਤੱਕ ਰੁਕੀਆਂ ਰਹੀਆਂ ਨੇ। ਅਸੀਂ ਤੁਹਾਨੂੰ ਅਪੀਲ ਕੀਤੀ ਸੀ ਕਿ ਨਿਰਪੱਖਤਾ ਦੇ ਨਾਲ ਕੌਮ ਨੂੰ ਇਕਮੁੱਠ ਹੋ ਕੇ, ਜਦੋਂ ਸਿਆਸਤ ਤੋਂ ਪਰੇ ਹੋ ਕੇ ਤੁਸੀਂ ਵਰਕ ਕਰੋਗੇ, ਤੁਹਾਡਾ ਸਹਿਯੋਗ ਦੇਵਾਂਗੇ, ਕੌਮ ਵੀ ਦੇਗੀ ਤੇ ਰਿਹਾਈਆਂ ਵੀ ਹੋਣਗੀਆਂ। ਪਰ ਜਦੋਂ ਇਹਦੇ 'ਚ ਰਾਜਨੀਤੀ ਆਊ ਜਾਂ ਕਿਸੇ ਰਾਜਨੀਤਿਕ ਪਰਿਵਾਰ ਨੂੰ ਉਭਾਰਨ ਦੀ ਗੱਲ ਜਾਂ ਦਲ ਨੂੰ ਉਭਾਰਨ ਦੀ ਗੱਲ ਕਰੋਗੇ, ਕੌਮ ਨੇ ਸਾਥ ਨਹੀਂ ਦੇਣਾ ਤੇ ਸਾਡੀਆਂ ਰਿਹਾਈਆਂ ਰੁਕੀਆਂ ਰਹਿਣੀਆਂ। ਅੱਜ ਤੁਸੀਂ ਦੱਸੋ ਕਿ ਤੁਸੀਂ ਕਿਸ ਤਰੀਕੇ ਨਾਲ, ਕਿਸ ਬਿਹਾਵ ਦੇ ਉੱਤੇ ਇਹ ਜਿਹੜੇ ਨੁਮਾਇੰਦੇ ਸੀਗੇ ਜਿਨ੍ਹਾਂ ਨੂੰ ਅਕਾਲ ਤਖਤ ਦੇ ਹੁਕਮ ਤੇ ਤੁਸੀਂ ਪਹਿਲਾਂ ਕਮੇਟੀ 'ਚ ਪਾਇਆ, ਤੇ ਕੀ ਅਕਾਲ ਤਖਤ ਤੋਂ ਹੁਕਮ ਲੈ ਕੇ ਦੁਬਾਰਾ ਇਹਨਾਂ ਨੂੰ ਬਾਹਰ ਕੀਤਾ ਗਿਆ ਤੇ ਤੁਸੀਂ ਆਪਣੇ ਅਕਾਲੀ ਦਲ ਦੇ ਨੁਮਾਇੰਦੇ ਜਿਹੜੇ ਸਪੈਸ਼ਲ ਇਨਵਾਈਟੀ ਦੇ ਤੌਰ ਤੇ ਉੱਥੇ ਸ਼ਾਮਲ ਕੀਤੇ? ਕਰੋ, ਪੰਥ ਦੀ ਸਾਰੇ ਦੀ ਲੋੜ ਆ, ਸਾਰੇ ਨੂੰ ਕਰੋ ਵਿੱਚ ਸ਼ਾਮਲ। ਪਰ ਜਿਹੜਾ ਸਾਡਾ ਇਤਰਾਜ਼ ਸੀ ਉਹਦਾ ਜਵਾਬ ਤਾਂ ਤੁਸੀਂ ਦਿੱਤਾ ਨਹੀਂ। ਜਿਹਦੇ ਤੇ ਇਤਰਾਜ਼ ਸੀ ਕੌਮ ਦਾ, ਪੰਥ ਦਾ, ਉਹਨੂੰ ਬਾਹਰ ਕੀਤਾ ਨਹੀਂ, ਤੇ ਜਿਨ੍ਹਾਂ ਨੇ ਇਤਰਾਜ਼ ਕੀਤਾ ਉਹਨਾਂ ਨੂੰ ਤੁਸੀਂ ਬਾਹਰ ਕਰ ਦਿੱਤਾ। ਮੈਂ ਪੁੱਛਣਾ ਚਾਹੁੰਦਾ ਕਿ ਸਰਦਾਰ ਮਾਨ ਸਾਹਿਬ ਨੂੰ ਤੁਸੀਂ ਕਿਉਂ ਬਾਹਰ ਕੀਤਾ? ਸਰਦਾਰ ਕਾਲਕਾ ਸਾਹਿਬ ਨੂੰ ਕਿਉਂ ਬਾਹਰ ਕੀਤਾ? ਮੈਨੂੰ ਬਾਹਰ ਕਿਸ ਗੱਲ ਤੋਂ ਕੀਤਾ ਤੁਸੀਂ? ਅਸੀਂ ਤਾਂ ਤੁਹਾਡੀ ਜਿਹੜੀ ਦਸਤਖਤੀ ਮੁਹਿੰਮ ਸੀ ਉਹਦੇ 'ਚ ਵੀ ਦਸਤਖਤ ਕੀਤੇ ਸੀਗੇ ਬਕਾਇਦਾ। ਤੁਸੀਂ ਆਪਣੇ 26 ਲੱਖ ਫਾਰਮ ਦੇਖ ਲਓ ਜਿਹੜੇ ਤਖਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਭਰੇ ਗਏ ਆ, ਉਹਨਾਂ 'ਚੋਂ ਫਾਰਮ, ਉਹਨਾਂ 'ਚ ਮੇਰਾ ਫਾਰਮ ਵੀ ਤੁਹਾਨੂੰ ਮਿਲ ਜਾਊਗਾ। ਮੈਂ ਇਹੀ ਅਪੀਲ ਕਰਨੀ ਚਾਹੁੰਦਾ ਕਿ ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤਰੀਕੇ ਨਾਲ, ਤੁਹਾਡੇ ਤੋਂ ਪਹਿਲੇ ਪ੍ਰਧਾਨਾਂ ਨੇ ਵੀ, ਸਰਦਾਰ ਬਡੂੰਗਰ ਸਾਹਿਬ ਪ੍ਰਧਾਨ ਰਹੇ, ਰਾਜੋਆਣਾ ਸਾਹਿਬ ਕੋਲੇ ਚਿੱਠੀ ਇੱਕ ਦੇ ਦਿੱਤੀ, ਅਸੀਂ ਪੈਰਵਾਈ ਕਰਾਂਗੇ, ਕਮੇਟੀ ਵੀ ਬਣਾਤੀ, ਕੋਈ ਪੈਰਵਾਈ ਨਹੀਂ ਕੀਤੀ। ਸਰਦਾਰ ਲੌਂਗੋਵਾਲ ਬਣੇ ਪ੍ਰਧਾਨ, ਉਹਨਾਂ ਨੇ ਵੀ ਕਿਹਾ ਵੀ ਅਸੀਂ ਪੈਰਵਾਈ ਕਰਾਂਗੇ, ਕੋਈ ਨਹੀਂ ਕੀਤੀ। ਅੱਜ ਤੱਕ ਬੰਦੀ ਸਿੰਘ ਜੇਲ੍ਹਾਂ 'ਚ ਤੁਹਾਡੀਆਂ ਹੀ ਗਲਤੀਆਂ ਦੇ ਕਾਰਨ, ਸਾਡੀ ਸ਼੍ਰੋਮਣੀ ਸੰਸਥਾਵਾਂ ਦੀਆਂ ਗਲਤੀਆਂ ਦੇ ਕਾਰਨ, ਚਲਾ ਰਹੇ ਪ੍ਰਬੰਧਕਾਂ ਦੀਆਂ ਗਲਤੀਆਂ ਦੇ ਕਾਰਨ ਅੱਜ ਤੱਕ ਉਹ ਬੰਦੀ ਆ। ਜੇ ਪਹਿਲਾਂ ਤੋਂ ਸੁਹਿਰਦਤਾ ਦਿਖਾਈ ਹੁੰਦੀ, ਤੁਸੀਂ ਦੱਸੋਗੇ ਕਿ ਅੱਜ ਤੱਕ ਤੁਸੀਂ ਬਤੌਰ ਸ਼੍ਰੋਮਣੀ ਕਮੇਟੀ, ਤੁਸੀਂ ਜਾਂ ਤੁਹਾਡੇ ਤੋਂ ਪਹਿਲਾਂ ਪ੍ਰਧਾਨ, ਕਦੋਂ ਤੁਸੀਂ ਮਨੁੱਖੀ ਅਧਿਕਾਰਾਂ ਦੇ ਵਾਇਲੇਸ਼ਨ ਦੇ ਉੱਤੇ ਕੋਈ UNO ਨੂੰ ਮਤਾ ਪਾ ਕੇ ਭੇਜਿਆ ਹੋਵੇ? ਕਦੋਂ ਸ਼੍ਰੋਮਣੀ ਕਮੇਟੀ 'ਚ ਕੋਈ ਮਤਾ ਐਗਜ਼ੈਕਟਿਵ ਜਾਂ ਜਰਨਲ ਹਾਊਸ 'ਚ ਪਾਇਆ ਹੋਵੇ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ, ਬੰਦੀ ਸਿੰਘਾਂ ਦੀਆਂ ਰਿਹਾਈਆਂ ਨਹੀਂ ਹੋ ਰਹੀਆਂ, ਜੇਲ੍ਹਾਂ 'ਚ ਨਜ਼ਰਬੰਦ ਆ? ਤੁਸੀਂ ਦੱਸ ਦਿਓ। ਇਹਨਾਂ ਗੱਲਾਂ ਕਰਕੇ ਹੀ ਉਹਨਾਂ ਦੀਆਂ ਰਿਹਾਈਆਂ ਨਹੀਂ ਹੋ ਰਹੀਆਂ, ਨਹੀਂ ਹੋ ਸਕੀਆਂ। ਅੱਜ ਵੀ ਤੁਸੀਂ ਜਿਹੜਾ ਹੈਗਾ, ਦੇਖੋ, ਆਪ ਹੀ ਆਪਣੀ ਮਰਜ਼ੀ ਦੇ ਨਾਲ ਤੁਸੀਂ ਕਮੇਟੀਆਂ ਬਣਾ ਲੈਂਦੇ, ਆਪੇ ਹੀ ਤੁਸੀਂ ਭੰਗ ਕਰ ਦਿੰਦੇ ਆ। ਨਾ ਅਕਾਲ ਤਖਤ ਸਾਹਿਬ ਦਾ, ਹੁਣ ਤੁਸੀਂ ਸਾਨੂੰ ਦੱਸੋਗੇ ਜਿਹੜੀ ਅਕਾਲ ਤਖਤ ਦੇ ਹੁਕਮ ਤੇ ਬਣਾਈ ਕਮੇਟੀ ਸੀ ਉਹਦੇ 'ਚ ਤੁਸੀਂ ਆਪਣੇ ਆਪ ਕਿਵੇਂ ਹੁਣ ਫੇਰ ਬਦਲ ਕਰ ਲਿਆ? ਕੀ ਅਕਾਲ ਤਖਤ ਸਾਹਿਬ ਤੋਂ ਪੁੱਛਿਆ? ਹੁਣ ਅਕਾਲ ਤਖਤ ਸਾਹਿਬ ਤੋਂ ਹੁਕਮ ਲਿਆ ਫੇਰ ਬਦਲ ਕਰਨ ਵਾਸਤੇ?
ਨਾਲੇ ਇੱਕ ਪਾਸੇ ਪੰਥ ਨੂੰ ਇਕੱਠੇ ਕਰਨ ਦੀਆਂ ਅਪੀਲਾਂ, ਇੱਕ ਪਾਸੇ ਤੁਸੀਂ ਆਪਣੇ ਜੇ ਕੋਈ ਇਤਰਾਜ਼ ਕਰਦਾ ਤੁਹਾਡੇ ਕੋਲ ਪੰਥਕ ਦਾਇਰੇ ਦੇ ਅੰਦਰ, ਮਰਿਆਦਾ ਦੇ ਅੰਦਰ, ਤੇ ਤੁਸੀਂ ਉਸ ਨੂੰ ਜਿਹੜਾ ਹੈਗਾ ਉਹਨੂੰ ਪਾਸੇ ਦਰਕਨਾਰ ਕਰ ਦਿੰਦੇ ਆ। ਫਿਰ ਕਹਿੰਦੇ ਆ ਪੰਥ ਇਕੱਠਾ ਹੋਵੇ, ਸਾਥ ਦਿਓ ਸਾਰੇ ਜੀ, ਟਕਸਾਲਾਂ, ਸੰਪਰਦਾਵਾਂ, ਦਾਸੀ, ਨਿਰਮਲੇ ਸਾਰੇ ਸਾਥ ਦਿਓ, ਸਾਰਾ ਪੰਥ ਕੌਮ ਸਾਥ ਦਿਓ। ਜੇ ਸਰਦਾਰ ਧਾਮੀ ਸਾਹਿਬ ਤੁਸੀਂ ਜਿਸ ਤੇ ਇਤਰਾਜ਼ ਸੀ ਉਹਨੂੰ ਬਾਹਰ ਨਹੀਂ ਸੀ ਕਰ ਸਕਦੇ, ਸੁਖਬੀਰ ਸਿੰਘ ਬਾਦਲ ਨੂੰ ਬਾਹਰ ਨਹੀਂ ਸੀ ਕਰ ਸਕਦੇ ਕਮੇਟੀ ਚੋਂ, ਤਾਂ ਤੁਸੀਂ ਦੂਜੇ 3 ਨੁਮਾਇੰਦੇ ਕਿਵੇਂ ਬਾਹਰ ਕਰ ਦਿੱਤੇ? ਸਾਨੂੰ ਦੱਸੋ, ਉਹਨਾਂ ਦਾ ਕੀ ਕਸੂਰ ਸੀਗਾ? ਤੁਸੀਂ ਕਾਹਦੇ ਤੋਂ ਬਾਹਰ ਕੀਤਾ? ਇੱਕ ਪਾਸੇ ਏਕਤਾ ਦੀਆਂ ਗੱਲਾਂ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀਆਂ ਗੱਲਾਂ ਮੀਡੀਆ 'ਚ, ਤੇ ਦੂਜੇ ਪਾਸੇ ਤੁਸੀਂ ਮਨਮਰਜ਼ੀ। ਸੋ ਆਹ ਜਿਹੜੀਆਂ ਗੱਲਾਂ ਨੇ ਇਹ ਤੁਹਾਡੇ ਤੋਂ ਜਵਾਬ ਮੰਗਦੀਆਂ, ਤੁਹਾਡੇ ਸਾਹਮਣੇ ਆ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਤੇ 9 ਮੈਂਬਰੀ ਕਮੇਟੀ ਬਣਾਈ, ਅਖਬਾਰਾਂ 'ਚ ਛਪਿਆ। ਅਬ ਲੈਟਰ ਵੀ ਮੈਂ ਨਾਲ ਜਾਰੀ ਕਰਾਂਗਾ ਆਪਣੇ ਆ ਫੇਸਬੁੱਕ ਪੇਜ ਦੇ ਉੱਤੇ। ਮੈਂ ਅੱਜ ਲਾਈਵ ਤੁਹਾਡੇ ਨਾਲ ਤੁਹਾਨੂੰ ਸਿੱਧਾ ਸਵਾਲ ਕਰ ਰਿਹਾ ਤੇ ਕੌਮ ਦੇ ਸਾਹਮਣੇ ਵੀ ਮੈਂ ਅਪੀਲ ਰੱਖ ਰਿਹਾ ਕਿ ਕਿਸ ਤਰੀਕੇ ਦੇ ਨਾਲ ਹੁਣ ਬੰਦੀ ਸਿੰਘਾਂ ਦੀ ਗੱਲ ਸਰਦਾਰ ਰਾਜੋਆਣਾ ਸਾਹਿਬ ਨੇ ਜੇਕਰ ਭੁੱਖ ਹੜਤਾਲ ਦੀ ਗੱਲ ਕੀਤੀ, ਤੁਸੀਂ 1.5 ਸਾਲ ਬਾਅਦ ਫੇਰ ਸਰਗਰਮ ਹੋ ਗਏ। 1.5 ਸਾਲ ਕੀ ਗੱਲ ਹੋਈ? 1.5 ਸਾਲ ਕਿੱਥੇ ਤੁਸੀਂ ਭੁੱਲੇ ਰਹੇ ਇਸ ਗੱਲ ਤੋਂ? ਆ ਜਿਹੜੀ ਚਿੱਠੀ ਲਿਖੀ ਸੀਗੀ, ਇਹ ਚਿੱਠੀ ਵੀ ਮੈਂ ਨਸ਼ਰ ਕਰੂੰ। ਇਹਦੇ ਵਿੱਚ ਕਿੱਥੇ ਲਿਖਿਆ? ਤੁਸੀਂ ਕਹਿੰਦਾ ਉਹ ਇੱਧਰ ਉੱਧਰ ਹੋ ਗਏ। ਅਸੀਂ ਕਿੱਥੇ ਲਿਖਿਆ ਵੀ ਅਸੀਂ ਇੱਧਰ ਉੱਧਰ ਹੋਵਾਂਗੇ? ਅਸੀਂ ਤਾਂ ਇਤਰਾਜ਼ ਕੀਤਾ ਕਿ ਆਹ ਵਿਅਕਤੀ ਵਿੱਚ ਨਹੀਂ ਹੋਣਾ ਚਾਹੀਦਾ ਜਿਹਨੇ ਆਪਣੇ ਰਾਜ ਭਾਗ ਦੇ ਦੌਰਾਨ ਬੰਦੀ ਬਣਾਏ ਤੇ ਬੰਦੀ ਸਿੰਘਾਂ ਕੌਮੀ ਯੋਧਿਆਂ ਨੂੰ ਅੱਤਵਾਦੀ ਕਿਹਾ। ਇਹ ਨਹੀਂ ਹੋਣਾ ਚਾਹੀਦਾ। ਵਿੱਚ ਇਤਰਾਜ਼ ਸੀ, ਜਿਹਦੇ ਤੇ ਕੌਮ ਦਾ ਇਤਰਾਜ਼, ਪੰਥ ਦਾ ਇਤਰਾਜ਼, ਉਹਨੂੰ ਤੁਸੀਂ ਜ਼ਰੂਰ ਵਿੱਚ ਰੱਖਿਆ। ਜਿਨ੍ਹਾਂ ਨੇ ਬੰਦੀ ਬਣਾਏ ਤੇ ਜਿਨ੍ਹਾਂ ਇਤਰਾਜ਼ ਕੀਤਾ ਉਹਨਾਂ ਨੂੰ ਬਾਹਰ ਕਰ ਦਿੱਤਾ। ਸਰਦਾਰ ਧਾਮੀ ਸਾਹਿਬ, ਮੈਂ ਅਪੀਲ ਕਰਦਾ, ਸਤਿਕਾਰ ਕਰਦਾ, ਤੁਸੀਂ ਸ਼੍ਰੋਮਣੀ ਸੰਸਥਾ ਦੇ ਪ੍ਰਧਾਨ ਹੋ, ਜੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀਆਂ ਕੇਵਲ ਗੱਲਾਂ ਨਾ ਕਰੋ। ਇਹ ਨਹੀਂ ਬਗਲ ਮੇ ਛੁਰੀ ਮੂੰਹ ਸੇ ਰਾਮ ਰਾਮ, ਇਹ ਗੱਲਾਂ ਨਹੀਂ ਚੱਲਣੀਆਂ। ਤੁਸੀਂ ਏਕਤਾ ਦੀਆਂ ਅਪੀਲਾਂ ਮੀਡੀਆ ਸਾਹਮਣੇ ਕਰਦੇ ਹੋ, ਪਰ ਅੰਦਰ ਤੁਹਾਡੇ ਵਰਕ ਕੀ ਆ, ਕੰਮ ਕੀ ਆ, ਤੁਸੀਂ ਦੇਖੋ। ਜੇ ਪੰਥ ਦੀ, ਕੌਮ ਦੀ ਗੱਲ ਕਰਨੀ ਆ, ਸਾਂਝੀਵਾਲਤਾ ਦੇ ਨਾਲ ਕੋਈ ਸੰਘਰਸ਼ਬੰਦੀ ਸਿੰਘਾਂ ਨੂੰ ਛਡਾਉਣ ਦੀ ਸਾਫ਼ ਨੀਅਤ ਨਾਲ ਕੰਮ ਕਰਨਾ, ਤਾਂ ਫਿਰ ਇਹੋ ਜਿਹੀਆਂ ਗੱਲਾਂ ਜਿਹੜੀਆਂ ਇਹਨਾਂ ਨੂੰ ਕੌਮ ਵਿੱਚ, ਪੰਥ ਵਿੱਚ ਥਾਂ ਨਹੀਂ ਆ। ਤੁਸੀਂ ਆਪਣੀਆਂ ਸੰਸਥਾਵਾਂ ਹੀ ਛੱਡਤੀਆਂ। ਤੁਸੀਂ ਦਿੱਲੀ ਕਮੇਟੀ ਨੂੰ ਵੀ ਛੱਡਤਾ। ਹਰਿਆਣਾ ਕਮੇਟੀ ਹੁਣ ਤਾਂ ਕਾਨੂੰਨੀ ਤੌਰ ਤੇ ਬਣੀ ਹੋਈ ਹੈ, ਹਰਿਆਣਾ ਕਮੇਟੀ ਨੂੰ ਵੀ ਛੱਡ ਦਿੱਤਾ। ਮੈਨੂੰ ਤਾਂ ਬਤੌਰ ਸਿੱਖ ਪ੍ਰਚਾਰਕ ਤੁਸੀਂ ਸ਼ਾਮਲ ਕੀਤਾ ਸੀਗਾ, ਮੈਨੂੰ ਵੀ ਤੁਸੀਂ ਛੱਡ ਦਿੱਤਾ। ਬਸ ਇਹੀ ਜਿਹੜਾ ਤੁਹਾਡੀ ਹਾਂ 'ਚ ਹਾਂ ਮਿਲਾਵੇ ਉਹੀ ਕਮੇਟੀ ਵਿੱਚ ਰਹਿ ਸਕਦਾ। ਤੇ ਫਿਰ ਪੰਥ ਦਾ ਇਕੱਠ ਕਿਵੇਂ ਹੋ ਜੂ? ਕੱਲਾ ਅਕਾਲੀ ਦਲ ਬਾਦਲ ਪੰਥ ਨਹੀਂ ਆ, ਕੱਲੀ ਸ਼੍ਰੋਮਣੀ ਕਮੇਟੀ ਪੰਥ ਨਹੀਂ ਆ। ਜੇ ਪੰਥ ਦੇ ਸਾਰੇ ਅੰਗਾਂ ਨੂੰ ਨਾਲ ਲੈ ਕੇ ਅਸੀਂ ਸੰਘਰਸ਼ ਕਰਾਂਗੇ ਤੇ ਸਫਲਤਾ ਉਹ ਤਾਂ ਹੀ ਪੰਥ ਬਣਦਾ। ਤੇ ਤਾਂ ਹੀ ਸਾਨੂੰ ਪਤਾ ਲੱਗਾ ਕਿ ਤੁਹਾਡੀ ਉਸ ਮੀਟਿੰਗ ਦੇ ਵਿੱਚ ਇੱਕ ਪੰਥਕ ਮੈਂਬਰ ਨੇ ਸਵਾਲ ਵੀ ਕੀਤੇ ਆ ਤੁਹਾਨੂੰ, ਸ਼ਾਇਦ ਜਸਵੰਤ ਸਿੰਘ ਪੜੈਣ ਉਸਦਾ ਨਾਮ, ਉਹਨੇ ਵੀ ਸਵਾਲ ਕੀਤੇ ਆ ਤੁਹਾਨੂੰ ਕਿ ਕੱਲਾ ਅਕਾਲੀ ਦਲ ਬਾਦਲ ਪੰਥ ਨਹੀਂ ਆ, ਸ਼੍ਰੋਮਣੀ ਕਮੇਟੀ ਕੱਲਾ ਪੰਥ ਨਹੀਂ ਆ। ਸਾਰੀਆਂ ਪੰਥਕ ਧਿਰਾਂ ਨੂੰ ਨਾਲ ਲੈ ਕੇ, ਤੇ ਜਿਨ੍ਹਾਂ ਤੇ ਪੰਥ ਦਾ ਇਤਰਾਜ਼ ਆ, ਕੌਮ ਦਾ ਇਤਰਾਜ਼, ਜਿਨ੍ਹਾਂ ਨੇ ਰਾਜ ਭਾਗ ਦੇ ਦੌਰਾਨ ਬੰਦੀ ਬਣਾਏ ਤੇ ਬੰਦੀਆਂ ਦਾ ਤਿਰਸਕਾਰ ਕੀਤਾ, ਉਹਨਾਂ ਨੂੰ ਇਸ ਤੋਂ ਬਾਹਰ ਕਰੋ। ਫਿਰ ਪੰਥ ਦੀ ਗੱਲ ਜਾਊ, ਫਿਰ ਸਾਰੇ ਹੀ ਤੁਹਾਡੀ ਗੱਲ ਸੁਣਨਗੇ, ਫਿਰ ਸਰਕਾਰਾਂ ਨੂੰ ਵੀ ਸੁਣਨੀ ਪਊਗੀ, ਕਿਉਂਕਿ ਪੰਥ ਦਾ ਜਲੌ ਜਿਹੜਾ ਉਹਦੇ ਅੱਗੇ ਕੋਈ ਸਰਕਾਰ ਜਾਂ ਕੋਈ ਵੀ ਜਿਹੜੀ ਧਿਰ ਆ ਉਹ ਨਹੀਂ ਖੜ ਸਕਦੀ। ਪਰ ਜਦੋਂ ਪੰਥ ਦੇ ਨਾਂ ਤੇ ਜਾਂ ਪੰਥਕ ਮਸਲਿਆਂ ਦੇ ਨਾਲ ਕੇਵਲ ਸਿਆਸਤ ਦੀ ਗੱਲ ਕਰੋਗੇ, ਕੇਵਲ ਸੱਤਾ ਹਾਸਲ ਕਰਨ ਦੀ ਗੱਲ ਕਰੋ, ਜਾਂ ਕੇਵਲ ਇੱਕ ਪਰਿਵਾਰ ਨੂੰ, ਆਪਣੇ ਸਿਆਸੀ ਅਕਾਵਾਂ ਨੂੰ ਖੁਸ਼ ਕਰਨ ਦੀ ਗੱਲ ਕਰੋਗੇ, ਤਾਂ ਫਿਰ ਮਸਲੇ ਹੱਲ ਨਹੀਂ ਹੋਣੇ। ਸੋ ਮੇਰੇ ਤੁਹਾਨੂੰ ਸਵਾਲ ਆ, ਇਹਦਾ ਜਵਾਬ ਜ਼ਰੂਰ ਦਿਓ ਕਿ ਸਰਦਾਰ ਧਾਮੀ ਸਾਹਿਬ, ਅਕਾਲ ਤਖਤ ਸਾਹਿਬ ਦੇ ਹੁਕਮ ਤੇ ਬਣਾਈ ਕਮੇਟੀ ਤੁਸੀਂ ਫੇਰ ਬਦਲ ਕਿੱਦਾਂ ਕੀਤਾ? ਤੇ ਦੂਜੇ ਪਾਸੇ ਏਕਤਾ ਦੀਆਂ ਅਪੀਲਾਂ। ਸੰਗਤ ਨੂੰ ਵੀ ਮੈਂ ਅਪੀਲ ਕਰਦਾ ਕਿ ਅਸਾਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਦੋਜਹਿਦ ਕਰਨੀ ਆ, ਸਾਰੀ ਕੌਮ ਕਰ ਰਹੀ ਹੈ, ਕਰਨੀ ਆ, ਸਾਰੇ ਪੰਥ ਨੇ ਅਰਦਾਸ ਕਰਨੀ ਆ ਕਿ ਸਾਡੇ ਬੰਦੀ ਸਿੰਘ ਰਿਹਾ ਹੋਣ। ਪਰ ਜਿਸ ਤਰੀਕੇ ਦੇ ਨਾਲ ਸਾਡੀਆਂ ਇਹਨਾਂ ਸ਼੍ਰੋਮਣੀ ਸੰਸਥਾਵਾਂ ਦੇ ਕਾਬਜ ਪ੍ਰਬੰਧਕਾਂ ਦੇ ਵੱਲੋਂ ਜਿਸ ਤਰ੍ਹਾਂ ਕੀਤਾ ਜਾ ਰਿਹਾ, ਉਹ ਤੁਹਾਡੇ ਸਾਹਮਣੇ ਆ। ਇਹ ਸਵਾਲਾਂ ਦੇ ਘੇਰੇ 'ਚ ਆ। ਇਹਨਾਂ ਦੇ ਸਵਾਲ ਕੌਮ ਨੂੰ, ਪੰਥ ਨੂੰ ਇਹਨਾਂ ਦੇ ਕੋਲੋਂ ਮੰਗਣੇ ਚਾਹੀਦੇ ਆ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।